ਮੁੱਢ ਕਦੀਮ ਤੋਂ ਹੀ ਮਨੁੱਖੀ ਜੀਵਨ ਵਿੱਚ ਜਾਨਵਰਾਂ ਦਾ ਮਹੱਤਵਪੂਰਨ ਸਥਾਨ ਰਿਹਾ ਹੈ। ਪਸ਼ੂ, ਪੰਛੀ, ਜਾਨਵਰ ਅਤੇ ਮਨੁੱਖ ਸਦੀਆਂ ਤੋਂ ਇੱਕ ਦੂਜੇ ਦੇ ਪੂਰਕ ਰਹੇ ਹਨ। ਮੱਝਾਂ ਗਾਵਾਂ ਤੋਂ ਮਨੁੱਖ ਨੂੰ ਦੁੱਧ, ਭੇਡਾਂ ਬੱਕਰੀਆਂ ਤੋਂ ਮਾਂਸ, ਦੁੱਧ ਜਾਂ ਉੱਨ ਅਤੇ ਮੁਰਗੀਆਂ ਤੋਂ ਮਨੁੱਖ ਨੂੰ ਮਾਂਸ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਪਾਲਤੂ ਜਾਨਵਰ ਜਿਵੇਂ ਕਿ ਕੁੱਤੇ, ਬਿੱਲੀਆਂ ਆਦਿ ਵੀ ਮਨੁੱਖ ਦੇ ਚੰਗੇ ਸਾਥੀ ਹਨ। ਜਿੱਥੇ ਮਨੁੱਖ ਨੂੰ ਪਸ਼ੂ ਪੰਛੀਆਂ ਜਾਨਵਰਾਂ ਤੋਂ ਬੇਅੰਤ ਫਾਇਦੇ ਹੁੰਦੇ ਹਨ, ਉੱਥੇ ਕੁਝ ਬਿਮਾਰੀਆਂ ਵੀ ਹਨ ਜੋ ਜਾਨਵਰਾਂ ਤੋਂ ਮਨੁੱਖ ਨੂੰ ਹੋ ਸਕਦੀਆਂ ਹਨ। ਉਹ ਬਿਮਾਰੀਆਂ ਜੋ ਕੁਦਰਤੀ ਤੌਰ 'ਤੇ ਰੀੜ੍ਹ ਦੀ ਹੱਡੀ ਵਾਲੇ ਜਾਨਵਰਾਂ ਤੋਂ ਮਨੁੱਖ ਨੂੰ ਹੋ ਜਾਂਦੀਆਂ ਹਨ ਨੂੰ ਜ਼ੂਨੋਸਿਸ ਜਾਂ ਜੈਨੇਟਿਕ ਬਿਮਾਰੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਨੁੱਖ ਨੂੰ ਜਾਨਵਰਾਂ ਤੋਂ ਇਹ ਬਿਮਾਰੀਆਂ ਜਾਨਵਰਾਂ ਨਾਲ ਸਿੱਧੇ ਜਾਂ ਅਸਿੱਧੇ ਸੰਪਰਕ ਵਿੱਚ ਆਉਣ ਨਾਲ, ਬਿਮਾਰ ਜਾਨਵਰ ਦਾ ਕੱਚਾ ਦੁੱਧ ਪੀਣ ਨਾਲ, ਜਾਂ ਕੱਚਾ ਜਾਂ ਅੱਧ ਪੱਕਿਆ ਮਾਂਸ ਖਾਣ ਨਾਲ, ਜਾਂ ਕਈ ਵਾਰੀ ਮੱਛਰਾਂ ਜਾਂ ਚਿੱਚੜਾਂ ਆਦਿ ਰਾਹੀਂ ਵੀ ਹੋ ਸਕਦੀਆਂ ਹਨ। ਮਨੁੱਖ ਦੇ ਆਲੇ ਦੁਆਲੇ ਜਿੰਨੇ ਵੀ ਪਸ਼ੂ ਪੰਛੀ ਜਾਂ ਜਾਨਵਰ ਹੁੰਦੇ ਹਨ, ਕੋਈ ਨਾ ਕੋਈ ਜੈਨੇਟਿਕ ਬਿਮਾਰੀ ਮਨੁੱਖਾਂ ਵਿੱਚ ਫੈਲਾ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਦੁੱਧ ਦੇਣ ਵਾਲੇ ਜਾਨਵਰ ਜਿਵੇਂ ਕਿ ਗਾਵਾਂ, ਮੱਝਾਂ, ਬੱਕਰੀਆਂ, ਭੇਡਾਂ ਆਦਿ, ਪਾਲਤੂ ਜਾਨਵਰ ਜਿਵੇਂ ਕਿ ਕੁੱਤੇ, ਬਿੱਲੀਆਂ, ਮਾਂਸ ਦੇਣ ਵਾਲੇ ਜਾਨਵਰ ਜਿਵੇਂ ਕਿ ਮੁਰਗੇ, ਮੁਰਗੀਆਂ, ਬੱਕਰੇ, ਬੱਕਰੀਆਂ, ਭੇਡਾਂ, ਸੂਰ ਆਦਿ, ਭਾਰ ਢੋਣ ਵਾਲੇ ਜਾਨਵਰ ਜਿਵੇਂ ਕਿ ਝੋਟੇ, ਬੈਲ, ਘੋੜੇ, ਗਧੇ, ਖੱਚਰ ਆਦਿ, ਅਤੇ ਮਨੁੱਖ ਦੇ ਆਲੇ ਦੁਆਲੇ ਰਹਿੰਦੇ ਹੋਰ ਪਸ਼ੂ ਪੰਛੀ ਜਾਂ ਜਾਨਵਰ ਜਿਵੇਂ ਕਿ ਚੂਹੇ ਜਾਂ ਹੋਰ ਪੰਛੀ, ਉਹ ਵੀ ਕੋਈ ਨਾ ਕੋਈ ਬਿਮਾਰੀ ਮਨੁੱਖ ਨੂੰ ਫੈਲਾ ਸਕਦੇ ਹਨ। ਜੇਕਰ ਆਪਾਂ ਮੱਝਾਂ ਗਾਵਾਂ ਦੀ ਗੱਲ ਕਰੀਏ ਤਾਂ ਮੱਝਾਂ ਗਾਵਾਂ ਤੋਂ ਬਰੂਸੀਲੋਸਿਸ ਨਾਂ ਦੀ ਬਿਮਾਰੀ ਮਨੁੱਖਾਂ ਨੂੰ ਹੋ ਸਕਦੀ ਹੈ। ਤਪਦਿਕ ਨਾਂ ਦੀ ਬਿਮਾਰੀ ਮਨੁੱਖਾਂ ਨੂੰ ਹੋ ਸਕਦੀ ਹੈ। ਇਹਦੇ ਤੋਂ ਇਲਾਵਾ ਕਈ ਵਾਰ ਹਲਕੀ ਹੋਈਆਂ ਮੱਝਾਂ ਗਾਵਾਂ ਤੋਂ ਹਲਕਾਅ ਦੀ ਬਿਮਾਰੀ ਵੀ ਮਨੁੱਖਾਂ ਨੂੰ ਹੋ ਸਕਦੀ ਹੈ। ਸੋ ਜੇਕਰ ਆਪਾਂ ਭੇਡਾਂ ਬੱਕਰੀਆਂ ਦੀ ਗੱਲ ਕਰੀਏ ਤਾਂ ਭੇਡਾਂ ਬੱਕਰੀਆਂ ਤੋਂ ਟੌਕਸੋਪਲਾਜ਼ਮੋਸਿਸ ਨਾਂ ਦੀ ਬਿਮਾਰੀ, ਕਿਊ ਫੀਵਰ, ਬਰੂਸੀਲੋਸਿਸ, ਲਿਸਟੀਰੀਓਸਿਸ ਨਾਂ ਦੀ ਬਿਮਾਰੀ ਮਨੁੱਖ ਨੂੰ ਹੋ ਸਕਦੀ ਹੈ। ਜੇਕਰ ਕੁੱਤਿਆਂ ਦੀ ਗੱਲ ਕਰੀਏ ਤਾਂ ਕੁੱਤਿਆਂ ਤੋਂ ਹਲਕਾਅ ਨਾਂ ਦੀ ਬਿਮਾਰੀ, ਹਾਈਡੇਟੀਡੋਸਿਸ ਨਾਂ ਦੀ ਬਿਮਾਰੀ, ਬਰੂਸੀਲੋਸਿਸ, ਲਾਈਮ ਬਿਮਾਰੀ, ਧੱਦਰ ਰੋਗ ਆਦਿ ਮਨੁੱਖ ਨੂੰ ਹੋ ਸਕਦੇ ਹਨ। ਇਸੇ ਤਰ੍ਹਾਂ ਜੇਕਰ ਆਪਾਂ ਬਿੱਲੀਆਂ ਦੀ ਗੱਲ ਕਰੀਏ ਤਾਂ ਬਿੱਲੀਆਂ ਤੋਂ ਮਨੁੱਖ ਨੂੰ ਹਲਕਾਅ, ਟੌਕਸੋਪਲਾਜ਼ਮੋਸਿਸ, ਧੱਦਰ ਰੋਗ, ਬਿੱਲੀ ਖੁਰਕ ਰੋਗ ਆਦਿ ਬਿਮਾਰੀਆਂ ਹਨ ਜੋ ਹੋ ਸਕਦੀਆਂ ਹਨ। ਸੋ ਜਾਨਵਰਾਂ ਤੋਂ ਮਨੁੱਖਾਂ ਨੂੰ ਫੈਲਣ ਵਾਲੀਆਂ ਮੁੱਖ ਬਿਮਾਰੀਆਂ ਨੂੰ ਜੀਵਾਣੂ ਰੋਗ, ਵਿਸ਼ਾਣੂ ਰੋਗ, ਪਰਜੀਵੀ ਰੋਗ ਜਾਂ ਉੱਲੀ ਰੋਗ ਵਿੱਚ ਵੀ ਵੰਡਿਆ ਜਾ ਸਕਦਾ ਹੈ। ਜੀਵਾਣੂਆਂ ਤੋਂ ਹੋਣ ਵਾਲੀਆਂ ਮੁੱਖ ਜੈਨੇਟਿਕ ਬਿਮਾਰੀਆਂ ਵਿੱਚ ਬਰੂਸੀਲੋਸਿਸ, ਤਪਦਿਕ, ਐਂਥ੍ਰੈਕਸ, ਲਿਸਟੀਰੀਓਸਿਸ, ਲਾਈਮ ਬਿਮਾਰੀ, ਕਿਊ ਫੀਵਰ, ਗਲੈਂਡਰਸ ਆਦਿ ਮਹੱਤਵਪੂਰਨ ਬਿਮਾਰੀਆਂ ਹਨ। ਇਹਦੇ ਤੋਂ ਇਲਾਵਾ ਪਲੇਗ, ਟਾਈਫਸ ਬੁਖਾਰ, ਸਿਟਾਕੋਸਿਸ, ਚੂਹਾ ਵੱਡ ਬੁਖਾਰ ਜਾਂ ਲੈਪਟੋਸਪਾਇਰੋਸਿਸ ਆਦਿ ਬਿਮਾਰੀਆਂ ਵੀ ਮਨੁੱਖ ਨੂੰ ਹੋ ਸਕਦੀਆਂ ਹਨ। ਇਸੇ ਤਰ੍ਹਾਂ ਵਿਸ਼ਾਣੂਆਂ ਤੋਂ ਹੋਣ ਵਾਲੀਆਂ ਮੁੱਖ ਬਿਮਾਰੀਆਂ ਵਿੱਚ ਹਲਕਾਅ, ਜਾਪਾਨੀ ਦਿਮਾਗੀ ਬੁਖਾਰ, ਬਰਡ ਫਲੂ, ਸਵਾਈਨ ਫਲੂ, ਹਾਂਟਾ ਬੁਖਾਰ, ਘੋੜਿਆਂ ਦਾ ਦਿਮਾਗੀ ਬੁਖਾਰ, ਇਬੋਲਾ ਬੁਖਾਰ ਆਦਿ ਹਨ ਜੋ ਮਨੁੱਖ ਨੂੰ ਹੋ ਸਕਦੀਆਂ ਹਨ। ਇਸੇ ਤਰ੍ਹਾਂ ਕਿਰਮਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਵਿੱਚ ਫੀਤਾ ਕਿਰਮ ਰੋਗ, ਟੌਕਸੋਪਲਾਜ਼ਮੋਸਿਸ, ਹਾਈਡੇਟੀਡੋਸਿਸ, ਟ੍ਰਾਈਕਿਨੋਸਿਸ, ਕ੍ਰਿਪਟੋਸਪੋਰੀਡੀਓਸਿਸ, ਟੌਕਸੋਕੈਰੀਓਸਿਸ, ਐਂਜੀਓਸਟ੍ਰੋਂਗਾਈਲੋਸਿਸ ਅਤੇ ਕ੍ਰੀਪਿੰਗ ਇਰਪਸ਼ਨ ਨਾਂ ਦੀ ਬਿਮਾਰੀ ਵਗੈਰਾ ਦਾ ਨਾਮ ਆਉਂਦਾ ਹੈ। ਇਸੇ ਤਰ੍ਹਾਂ ਉੱਲੀ ਜਾਂ ਫੰਗਸ ਰਾਹੀਂ ਵੀ ਕੁਝ ਜੈਨੇਟਿਕ ਬਿਮਾਰੀਆਂ ਹਨ ਜੋ ਮਨੁੱਖ ਨੂੰ ਹੋ ਸਕਦੀਆਂ ਹਨ। ਉਦਾਹਰਣ ਦੇ ਤੌਰ 'ਤੇ ਧੱਦਰ ਰੋਗ, ਕ੍ਰਿਪਟੋਕੋਕੋਸਿਸ, ਬਲਾਸਟੋਮਾਈਕੋਸਿਸ, ਐਸਪਰਜੀਲੋਸਿਸ,
ਅਤੇ ਹਿਸਟੋਪਲਾਜ਼ਮੋਸਿਸ ਆਦਿ। ਇਹਦੇ ਤੋਂ ਇਲਾਵਾ ਹੋਰ ਉੱਲੀ ਰੋਗਾਂ ਵਿੱਚ ਕੈਂਡੀਡੀਓਸਿਸ, ਡਰਮੈਟੋਫਾਈਕੋਸਿਸ ਅਤੇ ਕੋਕਸੀਡੀਆਈਡੋਮਾਈਕੋਸਿਸ ਦੇ ਨਾਮ ਆਉਂਦੇ ਹਨ। ਸੋ ਹੁਣ ਆਪਾਂ ਗੱਲ ਕਰਾਂਗੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਵਾਲੀਆਂ ਚੋਣਵੀਆਂ ਜਾਂ ਮੁੱਖ ਬਿਮਾਰੀਆਂ ਬਾਰੇ। ਪਹਿਲੀ ਬਿਮਾਰੀ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਹੈ ਬਰੂਸੀਲੋਸਿਸ। ਬਰੂਸੀਲੋਸਿਸ ਨੂੰ ਤੂੰ ਜਾਣ ਦੀ ਬਿਮਾਰੀ ਵੀ ਆਖਿਆ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ। ਬਰੂਸੀਲੋਸਿਸ ਵਿੱਚ ਮੁੱਖ ਕਰਕੇ ਪਸ਼ੂ ਤੀਜੀ ਤਿਮਾਹੀ ਮੱਝਾਂ ਤੇ ਗਾਵਾਂ 6ਵੇਂ ਤੋਂ 8ਵੇਂ ਮਹੀਨੇ ਦੌਰਾਨ ਤੂੰ ਜਾਂਦੇ ਹਨ ਜਾਂ ਬੱਚਾ ਸੁੱਟ ਦਿੰਦੇ ਹਨ। ਇਸੇ ਕਰਕੇ ਇਸ ਬਿਮਾਰੀ ਨੂੰ ਤੂੰ ਜਾਣ ਦੀ ਬਿਮਾਰੀ ਆਖਿਆ ਜਾਂਦਾ ਹੈ। ਮਨੁੱਖਾਂ ਵਿੱਚ ਇਸ ਬਿਮਾਰੀ ਨੂੰ ਮਾਲਟਾ ਬੁਖਾਰ ਵੀ ਕਿਹਾ ਜਾਂਦਾ ਹੈ। ਬਰੂਸੀਲੋਸਿਸ ਰੋਗ ਬਰੂਸੈਲਾ ਨਾਂ ਦੇ ਜੀਵਾਣੂ ਕਰਕੇ ਹੁੰਦਾ ਹੈ। ਇਸ ਦੀਆਂ ਕਈ ਉਪਜਾਤੀਆਂ ਹਨ ਜਿਹੜੀਆਂ ਕਿ ਵੱਖਰੇ ਵੱਖਰੇ ਜਾਨਵਰਾਂ ਵਿੱਚ ਬਰੂਸੀਲੋਸਿਸ ਬਿਮਾਰੀ ਕਰਦੀਆਂ ਹਨ। ਬਰੂਸੀਲੋਸਿਸ ਰੋਗ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਊਠਾਂ, ਘੋੜਿਆਂ, ਸੂਰਾਂ ਅਤੇ ਕੁੱਤਿਆਂ ਆਦਿ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ। ਮਨੁੱਖੀ ਸਿਹਤ 'ਤੇ ਇਸ ਬਿਮਾਰੀ ਦਾ ਮਾੜਾ ਅਸਰ ਪੈਂਦਾ ਹੈ। ਮਨੁੱਖੀ ਸਿਹਤ 'ਤੇ ਸਭ ਤੋਂ ਮਾੜਾ ਅਸਰ ਭੇਡਾਂ ਬੱਕਰੀਆਂ ਵਾਲੀ ਉਪਜਾਤੀ ਕਰਕੇ ਹੁੰਦਾ ਹੈ। ਜੇਕਰ ਆਪਾਂ ਫੈਲਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਮਨੁੱਖ ਵਿੱਚ ਪਸ਼ੂਆਂ ਤੋਂ ਇਹ ਬਿਮਾਰੀ ਮੂੰਹ ਰਾਹੀਂ, ਸਾਹ ਰਾਹੀਂ ਜਾਂ ਪਸ਼ੂ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਹੋ ਸਕਦੀ ਹੈ। ਰੋਗੀ ਪਸ਼ੂ ਦੇ ਦੁੱਧ ਵਿੱਚ ਇਸ ਦਾ ਜੀਵਾਣੂ ਪਾਇਆ ਜਾਂਦਾ ਹੈ ਅਤੇ ਕੱਚਾ ਦੁੱਧ ਪੀਣ ਨਾਲ ਇਹ ਬਿਮਾਰੀ ਹੋ ਸਕਦੀ ਹੈ। ਕੱਚੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਕਿ ਪਨੀਰ, ਆਈਸਕ੍ਰੀਮ ਵਿੱਚ ਵੀ ਬਰੂਸੈਲਾ ਜੀਵਾਣੂ ਪਾਏ ਜਾਂਦੇ ਹਨ। ਤੂਏ ਹੋਏ ਪਸ਼ੂ ਦੀ ਜੇਰ, ਮਰੇ ਹੋਏ ਬੱਚੇ ਜਾਂ ਸੂਹ ਵਿੱਚੋਂ ਨਿਕਲੇ ਤਰਲ ਪਦਾਰਥ ਦੇ ਸੰਪਰਕ ਵਿੱਚ ਆਉਣ ਨਾਲ ਵੀ ਇਹ ਬਿਮਾਰੀ ਮਨੁੱਖਾਂ ਨੂੰ ਹੋ ਸਕਦੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜੀਵਾਣੂ ਯੁਕਤ ਮਾਦੇ ਜਾਂ ਤਰਲ ਦੇ ਛਿੱਟੇ ਮਨੁੱਖ ਦੀ ਅੱਖ ਵਿੱਚ ਪੈ ਜਾਂਦੇ ਹਨ। ਇਸ ਨਾਲ ਵੀ ਇਹ ਬਿਮਾਰੀ ਮਨੁੱਖਾਂ ਨੂੰ ਹੋ ਸਕਦੀ ਹੈ। ਪਸ਼ੂਆਂ ਵਿੱਚ ਜੇਕਰ ਆਪਾਂ ਇਸ ਬਿਮਾਰੀ ਦੇ ਫੈਲਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਪਸ਼ੂਆਂ ਵਿੱਚ ਬਿਮਾਰੀ ਜੀਵਾਣੂ ਯੁਕਤ ਪੱਠੇ ਖਾਣ ਜਾਂ ਜੀਵਾਣੂ ਯੁਕਤ ਪਾਣੀ ਪੀਣ ਨਾਲ ਹੋ ਸਕਦੀ ਹੈ ਅਤੇ ਇਹ ਜੀਵਾਣੂ ਜਿਸ ਪਸ਼ੂ ਨੂੰ ਬਿਮਾਰੀ ਹੋਵੇ ਉਸ ਦੇ ਤੂ ਗਏ ਬੱਚੇ ਜਾਂ ਹੋਰ ਸੂਹ ਵਿੱਚੋਂ ਨਿਕਲੇ ਤਰਲ ਪਦਾਰਥ ਦੇ ਪੱਠਿਆਂ ਜਾਂ ਪਾਣੀ ਉੱਤੇ ਡਿੱਗਣ ਨਾਲ ਦੂਜੇ ਪਸ਼ੂਆਂ ਨੂੰ ਹੋ ਸਕਦੀ ਹੈ। ਇਹ ਜੀਵਾਣੂ ਬਹੁ ਮਾਤਰਾ ਵਿੱਚ ਗਰਭਪਾਤ ਹੋਏ ਬੱਚੇ, ਜ਼ੇਰ ਅਤੇ ਬੱਚੇਦਾਨੀ ਵਿੱਚੋਂ ਨਿਕਲਣ ਵਾਲੇ ਤਰਲ ਵਿੱਚ ਪਾਏ ਜਾਂਦੇ ਹਨ। ਇਹਨਾਂ ਦੇ ਸੰਪਰਕ ਵਿੱਚ ਆਉਣ ਨਾਲ ਸਿਹਤਮੰਦ ਪਸ਼ੂ ਬਿਮਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਮਨਸੂਈ ਗਰਭਦਾਨ ਕਰਦੇ ਸਮੇਂ ਜੀਵਾਣੂ ਯੁਕਤ ਵੀਰਜ ਦੀ ਵਰਤੋਂ ਨਾਲ ਵੀ ਪਸ਼ੂਆਂ ਨੂੰ ਇਹ ਬਿਮਾਰੀ ਹੋ ਸਕਦੀ ਹੈ। ਰੋਗੀ ਸਾਂਨ ਤੋਂ ਵੀ ਗਾਵਾਂ ਮੱਝਾਂ ਨੂੰ ਨਵੇਂ ਸੂਏ ਕਰਵਾਉਣ ਨਾਲ ਇਹ ਬਿਮਾਰੀ ਅੱਗੇ ਫੈਲ ਸਕਦੀ ਹੈ। ਜੇਕਰ ਆਪਾਂ ਇਸ ਬਿਮਾਰੀ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਪਸ਼ੂਆਂ ਵਿੱਚ ਪਸ਼ੂ ਮੱਝਾਂ ਅਤੇ ਗਾਵਾਂ ਗਰਭ ਦੇ 6ਵੇਂ ਤੋਂ 8ਵੇਂ ਮਹੀਨੇ ਦੌਰਾਨ ਤੂ ਜਾਂਦੇ ਹਨ। ਪਹਿਲੀ ਵਾਰੀ ਪਸ਼ੂ ਬੱਚਾ ਸਿੱਟਦੇ ਹਨ ਅਤੇ ਇਸ ਤੋਂ ਬਾਅਦ ਵਾਲੇ ਜਿੰਨੇ ਵੀ ਸੂਏ ਹੁੰਦੇ ਹਨ ਉਹਨਾਂ ਵਿੱਚ ਕਈ ਵਾਰ ਮਰਿਆ ਬੱਚਾ ਜਾਂ ਸਮੇਂ ਤੋਂ ਹੀ ਪਹਿਲਾਂ ਕਮਜ਼ੋਰ ਬੱਚਾ ਪੈਦਾ ਹੁੰਦਾ ਹੈ। ਦੁੱਧ ਦੀ ਪੈਦਾਵਾਰ ਘਟ ਜਾਂਦੀ ਹੈ, ਪਸ਼ੂ ਬਾਂਝ ਹੋ ਜਾਂਦਾ ਹੈ, ਨਰ ਪਸ਼ੂ ਵਿੱਚ ਪਤਾਲੂਆਂ ਦੀ ਸੋਜ ਆ ਜਾਂਦੀ ਹੈ ਅਤੇ ਪ੍ਰਜਨਨ ਸ਼ਕਤੀ ਘਟ ਜਾਂਦੀ ਹੈ। ਭੇਡਾਂ ਬੱਕਰੀਆਂ ਵਿੱਚ ਵੀ ਗਰਭਪਾਤ ਹੁੰਦਾ ਹੈ। ਸੂਰਾਂ ਵਿੱਚ ਗਰਭਪਾਤ, ਜੋੜਾਂ ਦੀ ਸੋਜ ਅਤੇ ਪਤਾਲੂਆਂ ਦੀ ਸੋਜ ਵਗੈਰਾ ਅਲਾਮਤਾਂ ਦੇਖੀਆਂ ਜਾਂਦੀਆਂ ਹਨ। ਜੇਕਰ ਮਨੁੱਖਾਂ ਵਿੱਚ ਇਸ ਬਿਮਾਰੀ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਬੁਖਾਰ ਦਾ ਰੋਜ਼ ਚੜ੍ਹਨਾ ਉਤਰਨਾ ਇਸ ਬਿਮਾਰੀ ਦਾ ਮੁੱਖ ਲੱਛਣ ਹੈ। ਕਈ ਵਾਰ ਸਵੇਰੇ ਮਰੀਜ਼ ਦਾ ਤਾਪਮਾਨ ਠੀਕ ਹੁੰਦਾ ਹੈ ਜਦ ਕਿ ਸ਼ਾਮ ਨੂੰ ਉਸ ਨੂੰ ਬੁਖਾਰ ਹੋ ਜਾਂਦਾ ਹੈ, ਜਾਂ ਕਈ ਵਾਰ ਸਵੇਰੇ ਬੁਖਾਰ ਹੁੰਦਾ ਹੈ ਅਤੇ ਸ਼ਾਮ ਨੂੰ ਉਸ ਦਾ ਬੁਖਾਰ ਉਤਰ ਜਾਂਦਾ ਹੈ। ਇਹਦੇ ਤੋਂ ਇਲਾਵਾ ਮਰੀਜ਼ ਥਕਾਵਟ ਮਹਿਸੂਸ ਕਰਦਾ ਹੈ,
ਕਮਜ਼ੋਰੀ ਆ ਜਾਂਦੀ ਹੈ। ਰਾਤ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਕਾਂਬਾ ਵੀ ਛਿੜ ਸਕਦਾ ਹੈ। ਭਾਰ ਘਟਣਾ ਅਤੇ ਭੁੱਖ ਨਾ ਲੱਗਣਾ ਵੀ ਇਸ ਬਿਮਾਰੀ ਦੇ ਲੱਛਣਾਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਪਿੱਠ ਦਰਦ ਜਾਂ ਜੋੜਾਂ ਦਾ ਦਰਦ ਵੀ ਹੁੰਦਾ ਹੈ। ਅੰਡਕੋਸ਼ਾਂ ਦੀ ਸੋਜ ਅਤੇ ਰੀੜ੍ਹ ਦੀ ਹੱਡੀ ਦੀ ਸੋਜ ਘੱਟ ਦੇਖੀਆਂ ਜਾਣ ਵਾਲੀਆਂ ਪਰ ਲਗਭਗ ਪੱਕੀਆਂ ਅਲਾਮਤਾਂ ਹਨ। ਜੇਕਰ ਇਸ ਬਿਮਾਰੀ ਦੀ ਪਹਿਚਾਣ ਦੀ ਗੱਲ ਕਰੀਏ ਤਾਂ ਇਸ ਬਿਮਾਰੀ ਦੀ ਪਸ਼ੂਆਂ ਅਤੇ ਮਨੁੱਖਾਂ ਵਿੱਚ ਪਹਿਚਾਣ ਲੈਬੋਰਟਰੀ ਵਿੱਚ ਖੂਨ ਦੀ ਜਾਂਚ ਨਾਲ ਕੀਤੀ ਜਾ ਸਕਦੀ ਹੈ। ਇਸ ਬਿਮਾਰੀ ਤੋਂ ਬਚਾਅ ਅਤੇ ਰੋਕਥਾਮ ਬਾਰੇ ਜੇਕਰ ਗੱਲ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਓ। ਰੋਗੀ ਪਸ਼ੂ ਨੂੰ ਸਿਹਤਮੰਦ ਪਸ਼ੂ ਤੋਂ ਅਲੱਗ ਰੱਖੋ। ਗਰਭਪਾਤ ਹੋਏ ਬੱਚੇ ਅਤੇ ਜੇਰ ਨੂੰ ਚੰਗੀ ਤਰ੍ਹਾਂ ਨਸ਼ਟ ਕਰਨਾ ਚਾਹੀਦਾ ਹੈ। ਡੂੰਘਾ ਟੋਆ ਪੱਟ ਕੇ ਉਸ ਵਿੱਚ ਗਰਭਪਾਤ ਹੋਏ ਬੱਚੇ ਨੂੰ ਰੱਖ ਕੇ ਉਸ ਦੇ ਉੱਪਰ ਚੂਨੇ ਦੀ ਪਰਤ ਪਾ ਕੇ ਚੰਗੀ ਤਰ੍ਹਾਂ ਦੱਬ ਦੇਵੋ। ਇਸ ਤੋਂ ਇਲਾਵਾ ਨਵੇਂ ਖਰੀਦੇ ਪਸ਼ੂਆਂ ਨੂੰ ਪੁਰਾਣੇ ਪਸ਼ੂਆਂ ਵਿੱਚ ਮਿਲਾਉਣ ਤੋਂ ਪਹਿਲਾਂ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਫਿਰ ਉਹਨਾਂ ਨੂੰ ਦੂਜੇ ਪਸ਼ੂਆਂ ਵਿੱਚ ਮਿਲਾਉਣਾ ਚਾਹੀਦਾ ਹੈ। ਜੇਕਰ ਗੱਭਣ ਪਸ਼ੂ ਖਰੀਦਿਆ ਹੋਵੇ ਤਾਂ ਉਸ ਨੂੰ ਸੂਣ ਤੱਕ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ। ਇਹਦੇ ਤੋਂ ਇਲਾਵਾ 6 ਤੋਂ 8 ਮਹੀਨਿਆਂ ਦੀ ਉਮਰ ਦੀਆਂ ਕੱਟੀਆਂ ਅਤੇ ਵੱਛੀਆਂ ਵਿੱਚ ਬਿਮਾਰੀ ਦੇ ਬਚਾਅ ਲਈ ਟੀਕਾਕਰਨ ਕਰਵਾਓ। ਦੂਸਰਾ ਜੀਵਾਣੂ ਰੋਗ ਜਿਸ ਦੀ ਆਪਾਂ ਅੱਜ ਗੱਲ ਕਰਾਂਗੇ ਉਹ ਹੈ ਤਪਦਿਕ ਜਾਂ ਟੀਬੀ। ਤਪਦਿਕ ਰੋਗ ਇੱਕ ਲੰਮੇ ਸਮੇਂ ਤੱਕ ਚੱਲਣ ਵਾਲੀ ਬਿਮਾਰੀ ਹੈ। ਇਹ ਇੱਕ ਮਹੱਤਵਪੂਰਨ ਰੋਗ ਹੈ ਜਿਹੜਾ ਕਿ ਗਾਵਾਂ, ਮੱਝਾਂ, ਬੱਕਰੀਆਂ, ਭੇਡਾਂ, ਸੂਰਾਂ, ਕੁੱਤਿਆਂ, ਬਿੱਲੀਆਂ ਅਤੇ ਘੋੜਿਆਂ ਵਿੱਚ ਪਾਇਆ ਜਾਂਦਾ ਹੈ। ਪਰੰਤੂ ਮਨੁੱਖ ਵਿੱਚ ਇਹ ਬਿਮਾਰੀ ਗਾਵਾਂ ਵਿੱਚ ਪਾਏ ਜਾਣ ਵਾਲੇ ਤਪਦਿਕ ਦੇ ਵਿਸ਼ਾਣੂ ਨਾਲ ਜੀਨੋਟਿਕ ਰੁਖ ਅਖਤਿਆਰ ਕਰਦੀ ਹੈ ਅਤੇ ਹੋ ਸਕਦੀ ਹੈ। ਇਸ ਬਿਮਾਰੀ ਨੂੰ ਮਾਈਕੋਬੈਕਟੀਰੀਅਮ ਨਾਂ ਦਾ ਜੀਵਾਣੂ ਕਰਦਾ ਹੈ ਅਤੇ ਗਾਵਾਂ ਵਿੱਚ ਪਾਇਆ ਜਾਂਦਾ ਮਾਈਕੋਬੈਕਟੀਰੀਅਮ ਬੋਵਿਸ ਨਾਂ ਦਾ ਜੀਵਾਣੂ ਇਸ ਜੀਨੋਟਿਕ ਤਪਦਿਕ ਨੂੰ ਮਨੁੱਖਾਂ ਵਿੱਚ ਕਰ ਦਿੰਦਾ ਹੈ। ਪਸ਼ੂਆਂ ਅਤੇ ਮਨੁੱਖਾਂ ਵਿੱਚ ਬਿਮਾਰੀ ਕਰਨ ਵਾਲੇ ਜੀਵਾਣੂ ਦੀਆਂ ਪ੍ਰਜਾਤੀਆਂ ਵੱਖਰੀਆਂ ਹਨ, ਪਰ ਪਸ਼ੂਆਂ ਵਾਲੀ ਪ੍ਰਜਾਤੀ ਮਾਈਕੋਬੈਕਟੀਰੀਅਮ ਬੋਵਿਸ ਤੋਂ ਵੀ ਮਨੁੱਖ ਨੂੰ ਇਹ ਬਿਮਾਰੀ ਲੱਗ ਸਕਦੀ ਹੈ। ਬਿਮਾਰ ਮਨੁੱਖ ਵਿੱਚ ਹਲਕਾ ਜਿਹਾ ਬੁਖਾਰ ਰਹਿੰਦਾ ਹੈ, ਸਾਹ ਲੈਣ ਵਿੱਚ ਮੁਸ਼ਕਿਲ ਅਤੇ ਕਮਜ਼ੋਰੀ ਹੋ ਜਾਂਦੀ ਹੈ। ਬਿਮਾਰੀ ਦਾ ਜੀਵਾਣੂ ਵਾਤਾਵਰਣ ਵਿੱਚ 1 ਸਾਲ ਤੱਕ ਜਿਉਂਦਾ ਰਹਿ ਸਕਦਾ ਹੈ। ਇਸ ਤੋਂ ਇਲਾਵਾ ਸੁੱਕੇ ਹੋਏ ਥੁੱਕ ਜਾਂ ਬਲਗਮ ਵਿੱਚ ਵੀ 2-3 ਮਹੀਨਿਆਂ ਤੱਕ ਇਹ ਜੀਵਾਣੂ ਜਿਉਂਦਾ ਰਹਿ ਸਕਦਾ ਹੈ। ਜੇਕਰ ਆਪਾਂ ਫੈਲਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਪਸ਼ੂਆਂ ਤੋਂ ਮਨੁੱਖ ਨੂੰ ਇਹ ਰੋਗ ਜ਼ਿਆਦਾਤਰ ਰੋਗੀ ਪਸ਼ੂ ਦਾ ਕੱਚਾ ਦੁੱਧ ਪੀਣ ਜਾਂ ਮਾਸ ਖਾਣ ਨਾਲ ਹੁੰਦਾ ਹੈ। ਜੇਕਰ ਮਨੁੱਖ ਰੋਗੀ ਪਸ਼ੂ ਦਾ ਦੁੱਧ ਬਿਨਾਂ ਉਬਾਲੇ ਪੀ ਲਵੇ ਤਾਂ ਇਹ ਰੋਗ ਦੁੱਧ ਰਾਹੀਂ ਮਨੁੱਖ ਨੂੰ ਲੱਗ ਸਕਦਾ ਹੈ। ਇਸ ਲਈ ਧਾਰਾਂ ਕੱਢਣ ਸਮੇਂ ਸਿੱਧੀਆਂ ਧਾਰਾਂ ਮੂੰਹ ਵਿੱਚ ਨਾ ਪਾਓ। ਸਾਹ ਰਾਹੀਂ ਵੀ ਇਹ ਬਿਮਾਰੀ ਫੈਲ ਸਕਦੀ ਹੈ। ਕਈ ਵਾਰ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਉਹਨਾਂ ਦੀਆਂ ਸ਼ੈੱਡਾਂ ਵਿੱਚ ਹੀ ਸੌਂ ਜਾਂਦੇ ਹਨ। ਰੋਗੀ ਪਸ਼ੂਆਂ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਅਜਿਹੇ ਵਾਤਾਵਰਣ ਵਿੱਚ ਸਾਹ ਲੈਣ ਨਾਲ ਜਿੱਥੇ ਇਸ ਦੇ ਜੀਵਾਣੂ ਹੋਣ ਵੀ ਬਿਮਾਰੀ ਹੋ ਸਕਦੀ ਹੈ। ਦੁੱਧ ਦੀ ਚੁਆਈ ਵੇਲੇ ਜੇਕਰ ਹੱਥ 'ਤੇ ਜਾਂ ਉਂਗਲੀਆਂ 'ਤੇ ਜ਼ਖਮ ਹੋਵੇ ਤਾਂ ਵੀ ਜੀਵਾਣੂ ਕੱਟੀ ਹੋਈ ਚਮੜੀ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦਾ ਹੈ। ਪਸ਼ੂਆਂ ਵਿੱਚ ਸ਼ੁਰੂਆਤ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ, ਪਰ ਹੌਲੀ-ਹੌਲੀ ਪਸ਼ੂ ਕਮਜ਼ੋਰ ਹੁੰਦਾ ਜਾਂਦਾ ਹੈ। ਸਾਹ ਪ੍ਰਣਾਲੀ ਨਾਲ ਸੰਬੰਧਿਤ ਰੁਕਾਵਟਾਂ ਆਉਂਦੀਆਂ ਹਨ, ਜਿਵੇਂ ਕਿ ਸਾਹ ਲੈਣ ਵਿੱਚ ਤਕਲੀਫ ਅਤੇ ਖੰਘ ਆਉਣੀ ਆਦਿ। ਇਸ ਤੋਂ ਇਲਾਵਾ ਪਸ਼ੂਆਂ ਦੀ ਭੁੱਖ ਘਟ ਜਾਂਦੀ ਹੈ ਅਤੇ ਦੁੱਧ ਦੀ ਪੈਦਾਵਾਰ ਵੀ ਘਟ ਜਾਂਦੀ ਹੈ। ਸਰੀਰ ਉੱਪਰਲੇ ਵਾਲ ਖੁਰਦਰੇ ਹੋ ਜਾਂਦੇ ਹਨ। ਜਾਨਵਰ ਸੁਸਤ ਅਤੇ ਸੀਲ ਹੋ ਜਾਂਦਾ ਹੈ। ਕਈ ਵਾਰ ਇਹ ਰੋਗ ਦਿਮਾਗ 'ਤੇ ਵੀ ਅਸਰ ਪਾ ਜਾਂਦਾ ਹੈ, ਜਿਸ ਕਰਕੇ ਦੌਰੇ ਪੈਣੇ ਅਤੇ ਜਾਨਵਰਾਂ ਦੇ ਚੱਕਰ ਕੱਢਣ ਵਰਗੇ ਲੱਛਣ ਵੀ ਵੇਖਣ ਨੂੰ ਮਿਲਦੇ ਹਨ।
ਰੋਗੀ ਪਸ਼ੂ ਦੀਆਂ ਲਿੰਫ ਗ੍ਰੰਥੀਆਂ ਸੁੱਜ ਜਾਂਦੀਆਂ ਹਨ। ਮਨੁੱਖਾਂ ਵਿੱਚ ਜੇਕਰ ਬਿਮਾਰੀ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਮਨੁੱਖ ਲਗਾਤਾਰ ਕਮਜ਼ੋਰ ਹੁੰਦਾ ਜਾਂਦਾ ਹੈ, ਬੁਖਾਰ ਘਟਦਾ ਵੱਧਦਾ ਰਹਿੰਦਾ ਹੈ, ਹੱਥਾਂ ਪੈਰਾਂ ਵਿੱਚ ਦਰਦ ਹੁੰਦਾ ਹੈ, ਭੁੱਖ ਘੱਟ ਲੱਗਦੀ ਹੈ ਅਤੇ ਭਾਰ ਘਟ ਜਾਂਦਾ ਹੈ। ਗਰਦਨ ਤੇ ਚਮੜੀ ਹੇਠ ਗਿਲਟੀਆਂ ਬਣ ਜਾਂਦੀਆਂ ਹਨ, ਗਰਦਨ ਵਿਚਲੀਆਂ ਲਿੰਫ ਗ੍ਰੰਥੀਆਂ ਸੁੱਜ ਜਾਂਦੀਆਂ ਹਨ। ਕਦੇ-ਕਦੇ ਮਰੀਜ਼ ਨੂੰ ਦਸਤ ਵੀ ਲੱਗ ਜਾਂਦੇ ਹਨ। ਸਾਹ ਪ੍ਰਣਾਲੀ ਤੋਂ ਇਲਾਵਾ ਇਹ ਰੋਗ ਹੱਡੀਆਂ, ਜੋੜਾਂ ਅਤੇ ਦਿਮਾਗ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਮਨੁੱਖ ਵਿੱਚ ਇਸ ਬਿਮਾਰੀ ਦੀ ਜਾਂਚ ਟੂਬਰਕਲਿਨ ਟੈਸਟ ਨਾਲ ਕੀਤੀ ਜਾ ਸਕਦੀ ਹੈ। ਮਨੁੱਖ ਵਿੱਚ ਇਸ ਟੈਸਟ ਨੂੰ ਮੌਨਟੌਕਸ ਟੈਸਟ ਕਹਿੰਦੇ ਹਨ। ਪਸ਼ੂਆਂ ਵਿੱਚ ਵੀ ਇਸ ਟੈਸਟ ਨਾਲ ਬਿਮਾਰੀ ਦੀ ਜਾਂਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਲਗਮ ਟੈਸਟ ਕਰਨ ਨਾਲ ਜਾਂ ਛਾਤੀ ਦੇ ਐਕਸ-ਰੇ ਨਾਲ ਵੀ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਪਸ਼ੂਆਂ ਵਿੱਚ ਇਸ ਦਾ ਇਲਾਜ ਕਾਫੀ ਮਹਿੰਗਾ ਹੈ, ਸੋ ਇਸ ਲਈ ਪਸ਼ੂਆਂ ਨੂੰ ਨਸ਼ਟ ਕਰਨ ਜਾਂ ਦੂਜੇ ਸਿਹਤਮੰਦ ਪਸ਼ੂਆਂ ਤੋਂ ਦੂਰ ਰੱਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਰੋਗੀ ਮਨੁੱਖ ਨੂੰ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਬਚਾਅ ਅਤੇ ਰੋਕਥਾਮ ਵਾਸਤੇ ਕੱਚੇ ਦੁੱਧ ਦਾ ਸੇਵਨ ਨਾ ਕਰੋ। ਨਵੇਂ ਖਰੀਦੇ ਪਸ਼ੂਆਂ ਨੂੰ ਦੂਜੇ ਪਸ਼ੂਆਂ ਵਿੱਚ ਮਿਲਾਉਣ ਤੋਂ ਪਹਿਲਾਂ ਟੀਬੀ ਦਾ ਟੈਸਟ ਕਰਵਾਓ। ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਅਲੱਗ ਰੱਖੋ। ਇਸ ਬਿਮਾਰੀ ਨਾਲ ਮਰੇ ਹੋਏ ਜਾਨਵਰਾਂ ਨੂੰ ਇੱਕ ਡੂੰਘਾ ਟੋਆ ਪੱਟ ਕੇ ਉਸ ਉੱਤੇ ਚੂਨੇ ਦੀ ਪਰਤ ਪਾ ਕੇ ਦੱਬ ਦੇਵੋ। ਬੱਚਿਆਂ ਨੂੰ ਸਹੀ ਸਮੇਂ 'ਤੇ BCG ਦਾ ਟੀਕਾ ਲਵਾਓ। ਪਸ਼ੂਆਂ ਦੀ ਸਿਹਤ ਸੰਭਾਲ ਕਰਨ ਵਾਲੇ ਵਿਅਕਤੀਆਂ ਦੀ ਸਮੇਂ-ਸਮੇਂ 'ਤੇ ਮੈਡੀਕਲ ਜਾਂਚ ਹੋਣੀ ਚਾਹੀਦੀ ਹੈ। ਸੋ ਹੁਣ ਆਪਾਂ ਗੱਲ ਕਰਾਂਗੇ ਵਿਸ਼ਾਣੂ ਰੋਗਾਂ ਬਾਰੇ ਅਤੇ ਸਭ ਤੋਂ ਪਹਿਲਾਂ ਆਪਾਂ ਹਲਕਾਅ ਬਾਰੇ ਗੱਲ ਕਰਦੇ ਹਾਂ। ਹਲਕਾਅ ਇੱਕ ਅਜਿਹਾ ਵਿਸ਼ਾਣੂ ਰੋਗ ਹੈ ਜਿਸ ਨੇ ਮਨੁੱਖ ਨੂੰ ਸਦੀਆਂ ਤੋਂ ਭੈਭੀਤ ਕੀਤਾ ਹੋਇਆ ਹੈ, ਕਿਉਂਕਿ ਇੱਕ ਵਾਰ ਰੋਗ ਦੇ ਲੱਛਣ ਮਨੁੱਖ ਵਿੱਚ ਆ ਜਾਣ ਤਾਂ ਇਸ ਰੋਗ ਦਾ ਕੋਈ ਇਲਾਜ ਨਹੀਂ ਹੋ ਸਕਦਾ। ਇਹ ਬਿਮਾਰੀ ਸਾਰੇ ਵਿਸ਼ਵ ਵਿੱਚ ਪਾਈ ਜਾਂਦੀ ਹੈ। ਇਹ ਬਿਮਾਰੀ ਬਹੁਤ ਸਾਰੇ ਜਾਨਵਰਾਂ ਵਿੱਚ ਪਾਈ ਜਾਂਦੀ ਹੈ, ਪਰ ਵਿਕਾਸਸ਼ੀਲ ਦੇਸ਼ਾਂ ਵਿੱਚ ਇਹ ਬਿਮਾਰੀ ਮੁੱਖ ਤੌਰ 'ਤੇ ਕੁੱਤਿਆਂ, ਖਾਸ ਤੌਰ 'ਤੇ ਅਵਾਰਾ ਕੁੱਤਿਆਂ ਤੋਂ ਫੈਲਦੀ ਹੈ। ਭਾਰਤ ਵਿੱਚ ਲਗਭਗ 20,000 ਮੌਤਾਂ ਹਰ ਸਾਲ ਹਲਕਾਅ ਕਰਕੇ ਹੁੰਦੀਆਂ ਹਨ। ਇਹ ਬਿਮਾਰੀ ਲਾਇਸਾ ਨਾਂ ਦਾ ਵਿਸ਼ਾਣੂ ਕਰਦਾ ਹੈ। ਇਹ ਵਿਸ਼ਾਣੂ ਸੂਰਜ ਦੀ ਰੋਸ਼ਨੀ ਜਾਂ ਸਾਬਣ, ਡਿਟਰਜੈਂਟ ਨਾਲ ਮਰ ਜਾਂਦਾ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਵਿੱਚ ਚਮਗਾਦੜ ਵੀ ਇਸ ਬਿਮਾਰੀ ਨੂੰ ਫੈਲਾਉਂਦੇ ਹਨ। ਜੇਕਰ ਪਸ਼ੂਆਂ ਵਿੱਚ ਇਸ ਬਿਮਾਰੀ ਦੀ ਗੱਲ ਕਰੀਏ, ਕੁੱਤਿਆਂ ਬਿੱਲਿਆਂ ਵਿੱਚ ਬਿਮਾਰੀ ਦੀ ਪਹਿਲੀ ਹਾਲਤ ਵਿੱਚ ਕੁੱਤਾ ਬੇਚੈਨ ਹੁੰਦਾ ਹੈ ਅਤੇ ਚਿੜਚਿੜਾ ਹੋ ਜਾਂਦਾ ਹੈ। ਹਰ ਚੀਜ਼ ਜਿਵੇਂ ਕਿ ਘਾਹ ਫੂਸ, ਲੱਕੜ, ਪੱਥਰ ਆਦਿ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ। ਭੁੱਖ ਘਟ ਜਾਂਦੀ ਹੈ। ਇਸ ਅਵਸਥਾ ਤੋਂ ਬਾਅਦ ਦੂਜੀ ਅਵਸਥਾ, ਜਿਸ ਨੂੰ ਭੜਕਾਹਟ ਵਾਲੀ ਅਵਸਥਾ ਕਹਿੰਦੇ ਹਨ, ਆਉਂਦੀ ਹੈ। ਇਸ ਦੌਰਾਨ ਕੁੱਤਾ ਪਾਗਲਪਨ ਵਿੱਚ ਭੱਜਦਾ ਫਿਰਦਾ ਹੈ ਅਤੇ ਭਾਵੇਂ ਪਸ਼ੂ ਹੋਵੇ ਜਾਂ ਆਦਮੀ, ਹਰੇਕ ਨੂੰ ਵੱਢਦਾ ਹੈ। ਹਲਕੇ ਕੁੱਤੇ ਦੀ ਆਵਾਜ਼ ਬਦਲ ਜਾਂਦੀ ਹੈ ਅਤੇ ਇਸ ਤੋਂ ਬਾਅਦ ਕੁੱਤੇ ਨੂੰ ਅਧਰੰਗ ਹੋ ਜਾਂਦਾ ਹੈ, ਜਬਾੜਾ ਲਮਕ ਜਾਂਦਾ ਹੈ ਅਤੇ ਮੂੰਹ ਵਿੱਚੋਂ ਲਾਲਾਂ ਡਿੱਗਦੀਆਂ ਹਨ। ਬਾਅਦ ਵਿੱਚ ਕੁੱਤੇ ਦਾ ਪਿਛਲਾ ਪਾਸਾ ਮਾਰਿਆ ਜਾਂਦਾ ਹੈ ਅਤੇ ਸਰੀਰ ਦਾ ਅਧਰੰਗ ਹੋ ਜਾਂਦਾ ਹੈ। 5-7 ਦਿਨਾਂ ਵਿੱਚ ਕੁੱਤਾ ਮਰ ਜਾਂਦਾ ਹੈ। ਬਿਮਾਰੀ ਦੀ ਦੂਜੀ ਕਿਸਮ ਨੂੰ ਬੋਲੀ ਕਿਸਮ ਕਿਹਾ ਜਾਂਦਾ ਹੈ। ਇਸ ਦੌਰਾਨ ਕੋਈ ਭੜਕਾਹਟ ਨਹੀਂ ਹੁੰਦੀ। ਕੁੱਤਾ ਮੂੰਹ ਖੋਲ੍ਹ ਕੇ ਲੰਮਾ ਪੈ ਜਾਂਦਾ ਹੈ, ਕਿਸੇ ਨੂੰ ਵੱਢਦਾ ਨਹੀਂ ਅਤੇ ਲਗਭਗ 4-5 ਦਿਨਾਂ ਵਿੱਚ ਮਰ ਜਾਂਦਾ ਹੈ। ਮੱਝਾਂ ਗਾਵਾਂ ਵਿੱਚ ਭੜਕਾਹਟ ਅਤੇ ਬੋਲੀ ਕਿਸਮ ਦੋਹਾਂ ਕਿਸਮ ਦੀ ਬਿਮਾਰੀ ਹੁੰਦੀ ਹੈ। ਆਮ ਤੌਰ 'ਤੇ ਭੜਕਾਹਟ ਵਾਲੀ ਕਿਸਮ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਪਸ਼ੂ ਪੱਠੇ ਖਾਣੇ ਛੱਡ ਦਿੰਦਾ ਹੈ, ਦੁੱਧ ਘਟ ਜਾਂਦਾ ਹੈ। ਬੇਚੈਨੀ ਪਿੱਛੋਂ ਭੜਕਾਹਟ ਵਾਲੀਆਂ ਨਿਸ਼ਾਨੀਆਂ ਆਉਂਦੀਆਂ ਹਨ। ਪਸ਼ੂ ਧਰਤੀ 'ਤੇ ਖੁਰ ਮਾਰ-ਮਾਰ ਕੇ ਅੜਿੰਗਦੇ ਹਨ, ਖੌਰੂ ਪਾਉਂਦੇ ਹਨ ਅਤੇ ਟੱਕਰਾਂ ਮਾਰ-ਮਾਰ ਕੇ ਸਿੰਗ ਭੰਨ ਲੈਂਦੇ ਹਨ। ਕੁਝ ਦਿਨਾਂ ਬਾਅਦ ਪਸ਼ੂ ਸ਼ਾਂਤ ਹੋ ਜਾਂਦਾ ਹੈ
ਪਸ਼ੂ ਨੂੰ ਅਧਰੰਗ ਹੋ ਜਾਂਦਾ ਹੈ ਅਤੇ 2-3 ਦਿਨਾਂ ਵਿੱਚ ਹੀ ਪਸ਼ੂ ਮਰ ਜਾਂਦਾ ਹੈ। ਜੇਕਰ ਫੈਲਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਬਿਮਾਰੀ ਦਾ ਵਿਸ਼ਾਣੂ ਹਲਕੇ ਪਸ਼ੂ ਜਾਂ ਹਲਕੇ ਕੁੱਤੇ ਦੇ ਵੱਢਣ ਨਾਲ ਸਰੀਰ ਵਿੱਚ ਦਾਖਲ ਹੁੰਦਾ ਹੈ। ਇਹ ਵਿਸ਼ਾਣੂ ਨਾੜੀਆਂ ਰਾਹੀਂ ਦਿਮਾਗ ਤੱਕ ਫੈਲ ਜਾਂਦਾ ਹੈ। ਹਲਕੇ ਕੁੱਤੇ ਦੇ ਵੱਢਣ ਤੋਂ ਲਗਭਗ 30 ਤੋਂ 90 ਦਿਨਾਂ ਬਾਅਦ ਹਲਕਾ ਹੋ ਸਕਦਾ ਹੈ, ਪਰੰਤੂ ਕਈ ਵਾਰ ਇਸ ਬਿਮਾਰੀ ਦਾ ਅਸਰ ਲੰਬੇ ਸਮੇਂ ਬਾਅਦ ਜਿਵੇਂ ਕਿ 1.5 ਸਾਲ ਬਾਅਦ ਵੀ ਦੇਖਣ ਨੂੰ ਮਿਲਿਆ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਹਲਕੇ ਕੁੱਤੇ ਜਾਂ ਪਸ਼ੂ ਨੇ ਸਰੀਰ ਦੇ ਕਿਹੜੇ ਹਿੱਸੇ 'ਤੇ ਵੱਢਿਆ ਹੈ ਜਾਂ ਕਿੰਨਾ ਡੂੰਘਾ ਜ਼ਖਮ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਮੂੰਹ, ਨੱਕ, ਬੁੱਲ ਜਾਂ ਸਰੀਰ ਦੇ ਅਗਲੇ ਹਿੱਸੇ ਉੱਤੇ ਵੱਢਿਆ ਹੋਵੇ ਤਾਂ ਬਿਮਾਰੀ ਛੇਤੀ ਹੋਵੇਗੀ, ਪਰ ਜੇਕਰ ਦਿਮਾਗ ਤੋਂ ਦੂਰ ਵੱਢਿਆ ਹੋਵੇ ਤਾਂ ਬਿਮਾਰੀ ਦੇਰ ਨਾਲ ਹੋਵੇਗੀ। ਇਸ ਤੋਂ ਇਲਾਵਾ ਜ਼ਖਮ ਉੱਪਰ ਰੋਗੀ ਪਸ਼ੂ ਦੀਆਂ ਲਾੜਾਂ ਨਾਲ ਵੀ ਇਹ ਬਿਮਾਰੀ ਲੱਗ ਸਕਦੀ ਹੈ। ਮਨੁੱਖ ਵਿੱਚ ਵੀ ਦੋਵੇਂ ਕਿਸਮਾਂ ਦੀ ਬਿਮਾਰੀ ਹੋ ਸਕਦੀ ਹੈ, ਭੜਕਾਹਟ ਵਾਲੀ ਜਾਂ ਅਧਰੰਗ। ਮਰੀਜ਼ ਵਿੱਚ ਦੋਵੇਂ ਕਿਸਮਾਂ ਜਾਂ ਦੋਹਾਂ 'ਚੋਂ ਕੋਈ ਇੱਕ ਵੇਖੀ ਜਾ ਸਕਦੀ ਹੈ। ਭੜਕਾਹਟ ਦੌਰਾਨ ਦੌਰੇ ਪੈਂਦੇ ਹਨ, ਮਰੀਜ਼ ਕੁਝ ਵੀ ਖਾ ਨਹੀਂ ਸਕਦਾ। ਅਜਿਹਾ ਗਲੇ ਦੇ ਪੱਠਿਆਂ ਦੇ ਖਿਚਾਅ ਕਰਕੇ ਹੁੰਦਾ ਹੈ, ਜਿਸ ਕਰਕੇ ਰੋਗੀ ਪਾਣੀ ਨਹੀਂ ਪੀ ਸਕਦਾ, ਕਿਉਂਕਿ ਅਜਿਹਾ ਕਰਨ ਨਾਲ ਉਸ ਨੂੰ ਬਹੁਤ ਦਰਦ ਹੁੰਦਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਮਰੀਜ਼ ਪਾਣੀ ਤੋਂ ਡਰ ਰਿਹਾ ਹੋਵੇ। ਇਸ ਤੋਂ ਬਾਅਦ ਅਧਰੰਗ ਹੋ ਜਾਂਦਾ ਹੈ ਅਤੇ ਅੰਤ ਵਿੱਚ ਮਰੀਜ਼ ਮਰ ਜਾਂਦਾ ਹੈ। ਬਿਮਾਰੀ ਦੀ ਜਾਂਚ ਮਰੀਜ਼ ਦੇ ਖੂਨ, ਲਾਲਾਂ ਦੀ ਜਾਂਚ ਜਾਂ ਲੱਛਣਾਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਲੈਬੋਰੇਟਰੀ ਵਿੱਚ ਦਿਮਾਗ ਦਾ ਨਮੂਨਾ ਮੌਤ ਤੋਂ ਬਾਅਦ ਚੈੱਕ ਕਰਕੇ ਵੀ ਬਿਮਾਰੀ ਦਾ ਪੱਕਾ ਪਤਾ ਲਗਾਇਆ ਜਾ ਸਕਦਾ ਹੈ। ਬਚਾਅ ਅਤੇ ਰੋਕਥਾਮ ਦੀ ਚਰਚਾ ਕਰੀਏ ਤਾਂ ਜੇਕਰ ਕੁੱਤੇ ਨੇ ਵੱਢਿਆ ਹੋਵੇ ਤਾਂ ਸਭ ਤੋਂ ਪਹਿਲਾਂ ਜ਼ਖਮ ਨੂੰ ਤੁਰੰਤ ਵਗਦੇ ਪਾਣੀ ਹੇਠ ਧੋਵੋ, ਜ਼ਖਮ 'ਤੇ ਮਲਮ ਲਗਾਓ, ਜ਼ਖਮ 'ਤੇ ਪੱਟੀ ਨਾ ਕਰੋ ਅਤੇ ਖੁੱਲ੍ਹਾ ਰੱਖੋ। ਤੁਰੰਤ ਡਾਕਟਰ ਦੀ ਸਲਾਹ ਲਓ ਅਤੇ ਟੀਕੇ ਲਗਵਾਓ। ਇਹ ਟੀਕੇ ਜ਼ਖਮ ਹੋਣ ਵਾਲੇ ਦਿਨ, ਉਸ ਤੋਂ 3 ਦਿਨਾਂ ਬਾਅਦ, 7 ਦਿਨਾਂ ਬਾਅਦ, 15 ਦਿਨ ਅਤੇ 30 ਦਿਨ ਬਾਅਦ ਬਾਂਹ ਦੀ ਮਾਸਪੇਸ਼ੀਆਂ ਵਿੱਚ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਪਾਲਤੂ ਕੁੱਤਿਆਂ ਨੂੰ ਹਲਕਾਅ ਤੋਂ ਬਚਾਅ ਦੇ ਟੀਕੇ ਵੀ ਲਗਵਾਉਣੇ ਚਾਹੀਦੇ ਹਨ। ਪਾਲਤੂ ਕੁੱਤਿਆਂ ਦੇ ਮਾਲਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਕੁੱਤਿਆਂ ਨੂੰ ਸ਼ੁਰੂਆਤ ਵਿੱਚ 3 ਤੋਂ 6 ਮਹੀਨੇ ਦੀ ਉਮਰ ਦੇ ਹੋਣ 'ਤੇ ਟੀਕੇ ਲਗਵਾਉਣ ਅਤੇ ਉਸ ਤੋਂ ਬਾਅਦ ਸਾਲਾਨਾ ਟੀਕਾਕਰਨ ਜਾਰੀ ਰੱਖਣ। ਹੁਣ ਆਪਾਂ ਪਰਜੀਵੀ ਜੈਨੋਟਿਕ ਬਿਮਾਰੀਆਂ ਦੀ ਗੱਲ ਕਰਦੇ ਹਾਂ। ਇਹਨਾਂ ਵਿੱਚੋਂ ਇੱਕ ਮੁੱਖ ਬਿਮਾਰੀ ਹੈ ਸੂਰਾਂ ਤੋਂ ਲੱਗਣ ਵਾਲਾ ਫੀਤਾ ਕਿਰਮ ਜਾਂ ਟੀਨੀਆ ਰੋਗ। ਸੂਰਾਂ ਤੋਂ ਲੱਗਣ ਵਾਲੇ ਕਿਰਮ ਨੂੰ ਫੀਤਾ ਕਿਰਮ ਜਾਂ ਟੀਨੀਆ ਸੋਲੀਅਮ ਕਿਹਾ ਜਾਂਦਾ ਹੈ। ਇਸ ਪਰਜੀਵੀ ਦੇ ਜੀਵਨ ਚੱਕਰ ਦੀ ਗੱਲ ਕਰੀਏ, ਫੀਤਾ ਕਿਰਮ ਪਰਜੀਵੀ ਮਨੁੱਖ ਦੀ ਆਂਤੜੀ ਵਿੱਚ ਰਹਿੰਦਾ ਹੈ। ਕਿਰਮ ਦੇ ਟੋਟੇ ਜਾਂ ਆਂਡੇ ਮਨੁੱਖ ਦੇ ਮਲ ਰਾਹੀਂ ਬਾਹਰ ਆਉਂਦੇ ਹਨ ਅਤੇ ਇਸ ਤਰ੍ਹਾਂ ਇਹ ਆਂਡੇ ਵਾਤਾਵਰਨ ਜਿਵੇਂ ਕਿ ਮਿੱਟੀ, ਪਾਣੀ, ਸਬਜ਼ੀਆਂ, ਫਲਾਂ ਆਦਿ ਨੂੰ ਦੂਸ਼ਿਤ ਕਰਦੇ ਹਨ। ਸੂਰ ਆਪਣਾ ਭੋਜਨ ਅਕਸਰ ਬਾਹਰ ਗੰਦ ਵਗੈਰਾ ਖਾ ਕੇ ਕਰਦੇ ਹਨ। ਇਹ ਆਪਾਂ ਅਵਾਰਾ ਸੂਰਾਂ ਦੀ ਗੱਲ ਕਰ ਰਹੇ ਹਾਂ। ਅਵਾਰਾ ਸੂਰ ਆਪਣਾ ਭੋਜਨ ਆਪਾਂ ਦੇਖਦੇ ਹਾਂ ਬਾਹਰ ਬਚਿਆ ਖੁਚਿਆ ਖਾਣਾ ਖਾ ਕੇ ਕਰਦੇ ਹਨ। ਅਜਿਹਾ ਭੋਜਨ ਜਾਂ ਪਾਣੀ ਜੇਕਰ ਫੀਤਾ ਕਿਰਮ ਦੇ ਆਂਡਿਆਂ ਨਾਲ ਦੂਸ਼ਿਤ ਹੋਵੇ ਤਾਂ ਆਂਡੇ ਸੂਰ ਦੀ ਭੋਜਨ ਨਲੀ ਵਿੱਚ ਚਲੇ ਜਾਂਦੇ ਹਨ ਅਤੇ ਖੂਨ ਰਾਹੀਂ ਮਾਸਪੇਸ਼ੀਆਂ ਅਤੇ ਅੰਦਰੂਨੀ ਅੰਗਾਂ ਵਿੱਚ ਪਹੁੰਚ ਜਾਂਦੇ ਹਨ। ਮਾਸਪੇਸ਼ੀਆਂ ਅਤੇ ਅੰਦਰੂਨੀ ਅੰਗਾਂ ਵਿੱਚ ਆਂਡੇ ਤੋਂ ਲਾਰਵਾ ਬਣਦਾ ਹੈ, ਜਿਸ ਨੂੰ ਆਪਾਂ ਸਿਸਟ ਕਹਿੰਦੇ ਹਾਂ। ਅਜਿਹਾ ਲਾਰਵਾ ਜਾਂ ਸਿਸਟ ਜੋ ਸੂਰ ਦੇ ਮਾਸ ਵਿੱਚ ਹੁੰਦਾ ਹੈ, ਉਸ ਨੂੰ ਜੇਕਰ ਕੱਚੇ ਜਾਂ ਅੱਧ ਪੱਕੇ ਤਰੀਕੇ ਨਾਲ ਮਨੁੱਖ ਖਾ ਲਵੇ ਤਾਂ ਉਹ ਉਸ ਦੀ ਆਂਤ ਵਿੱਚ ਜਾ ਕੇ ਲਾਰਵੇ ਤੋਂ ਫੀਤਾ ਕਿਰਮ ਬਣ ਜਾਂਦਾ ਹੈ। ਅਜਿਹੇ ਸੂਰ ਵਾਲੇ ਮੀਟ ਨੂੰ ਜਾਂ ਮਾਸ ਨੂੰ ਆਮ ਕਰਕੇ ਦਾਣੇ ਵਾਲਾ ਮੀਟ ਆਖਦੇ ਹਨ। ਪਰ ਇਹ ਪਰਜੀਵੀ ਮਨੁੱਖ ਲਈ ਹੋਰ ਵੀ ਖਤਰਨਾਕ ਉਦੋਂ ਹੋ ਜਾਂਦਾ ਹੈ ਜੇਕਰ ਇਸ ਦੇ ਆਂਡੇ ਪਾਣੀ, ਫਲਾਂ ਜਾਂ ਸਬਜ਼ੀਆਂ ਰਾਹੀਂ ਮਨੁੱਖੀ ਸਰੀਰ ਵਿੱਚ
ਚਲੇ ਜਾਣ, ਕਿਉਂਕਿ ਅਜਿਹੀ ਹਾਲਤ ਵਿੱਚ ਕਿਰਮ ਦਾ ਲਾਰਵਾ ਦਿਮਾਗ 'ਤੇ ਪ੍ਰਭਾਵ ਕਰਦਾ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਸੀਵਰੇਜ ਰਾਹੀਂ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ। ਅਜਿਹੇ ਸੀਵਰੇਜ ਦੇ ਪਾਣੀ ਵਿੱਚ ਜੇਕਰ ਪਰਜੀਵੀ ਦੇ ਆਂਡੇ ਹੋਣ ਤਾਂ ਉਹ ਸਬਜ਼ੀਆਂ ਆਦਿ ਨਾਲ ਮਨੁੱਖ ਦੇ ਸਰੀਰ ਵਿੱਚ ਜਾ ਸਕਦੇ ਹਨ। ਸੂਰਾਂ ਵਿੱਚ ਇਸ ਬਿਮਾਰੀ ਕਰਕੇ ਕੋਈ ਲੱਛਣ ਵੇਖਣ ਨੂੰ ਨਹੀਂ ਮਿਲਦੇ। ਸੂਰ ਬਾਹਰੋਂ ਪੂਰੀ ਤਰ੍ਹਾਂ ਤੰਦਰੁਸਤ ਨਜ਼ਰ ਆਉਂਦਾ ਹੈ, ਪਰੰਤੂ ਬਿਮਾਰੀ ਦਾ ਪਤਾ ਜਦੋਂ ਸੂਰ ਨੂੰ ਵੱਢਿਆ ਜਾਂਦਾ ਹੈ ਜਾਂ ਪੋਸਟਮਾਰਟਮ ਕੀਤਾ ਜਾਂਦਾ ਹੈ ਉਦੋਂ ਲੱਗਦਾ ਹੈ। ਮਨੁੱਖਾਂ ਵਿੱਚ ਇਸ ਬਿਮਾਰੀ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਫੀਤਾ ਕਿਰਮ ਰੋਗ ਅਤੇ ਸਿਸਟੀਸਰਕੋਸਿਸ। ਜਦੋਂ ਪਰਜੀਵੀ ਮਨੁੱਖ ਦੀਆਂ ਆਂਤੜੀਆਂ ਵਿੱਚ ਹੁੰਦਾ ਹੈ ਇਸ ਨੂੰ ਫੀਤਾ ਕਿਰਮ ਰੋਗ ਆਖਦੇ ਹਨ। ਇਸ ਨਾਲ ਦਸਤ, ਪੇਟ ਦਰਦ, ਕਮਜ਼ੋਰੀ, ਭੁੱਖ ਨਾ ਲੱਗਣੀ ਵਰਗੇ ਲੱਛਣ ਵੇਖਣ ਨੂੰ ਮਿਲਦੇ ਹਨ। ਅਜਿਹੇ ਮਨੁੱਖ ਲਗਾਤਾਰ ਵਾਤਾਵਰਣ ਨੂੰ ਦੂਸ਼ਿਤ ਕਰਦੇ ਰਹਿੰਦੇ ਹਨ। ਦੂਸਰੀ ਕਿਸਮ ਹੈ ਸਿਸਟੀਸਰਕੋਸਿਸ। ਜਦੋਂ ਆਂਡੇ ਮਨੁੱਖੀ ਸਰੀਰ ਵਿੱਚ ਜਾ ਕੇ ਲਾਰਵਾ ਜਾਂ ਸਿਸਟ ਬਣ ਜਾਂਦੇ ਹਨ ਤਾਂ ਇਸ ਨੂੰ ਸਿਸਟੀਸਰਕੋਸਿਸ ਕਿਹਾ ਜਾਂਦਾ ਹੈ। ਲਾਰਵਾ ਆਮ ਕਰਕੇ ਚਮੜੀ ਵਿੱਚ, ਮਾਸਪੇਸ਼ੀਆਂ ਵਿੱਚ, ਅੱਖਾਂ ਵਿੱਚ ਜਾਂ ਦਿਮਾਗ ਵਿੱਚ ਬਣਦੇ ਹਨ। ਅੱਖਾਂ ਵਿੱਚ ਬਿਮਾਰੀ ਹੋਣ ਨਾਲ ਮਨੁੱਖ ਦੀ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਅਤੇ ਧੁੰਦਲਾ ਵਿਖਾਈ ਦਿੰਦਾ ਹੈ। ਪਰੰਤੂ ਬਿਮਾਰੀ ਦਾ ਸਭ ਤੋਂ ਭਿਆਨਕ ਰੂਪ ਹੈ ਦਿਮਾਗ ਉੱਪਰ ਪ੍ਰਭਾਵ। ਦਿਮਾਗ ਵਿੱਚ ਪਰਜੀਵੀ ਦੇ ਲਾਰਵੇ ਖਤਰਨਾਕ ਸਿੱਧ ਹੁੰਦੇ ਹਨ। ਰੋਗੀ ਮਨੁੱਖ ਨੂੰ ਦੌਰੇ ਪੈਂਦੇ ਹਨ, ਸਿਰ ਦਰਦ ਰਹਿੰਦਾ ਹੈ, ਬੇਹੋਸ਼ੀ ਹੋ ਸਕਦੀ ਹੈ ਅਤੇ ਚੱਕਰ ਵਗੈਰਾ ਆਉਂਦੇ ਹਨ। ਸੂਰਾਂ ਵਿੱਚ ਬਿਮਾਰੀ ਦੀ ਪਹਿਚਾਣ ਖੂਨ ਦੀ ਜਾਂਚ ਰਾਹੀਂ ਜਾਂ ਸੂਰ ਦੇ ਮਾਸ ਦੀ ਜਾਂਚ ਰਾਹੀਂ ਕੀਤੀ ਜਾ ਸਕਦੀ ਹੈ। ਮਨੁੱਖਾਂ ਵਿੱਚ ਫੀਤਾ ਕਿਰਮ ਦਾ ਪਤਾ ਮਲ ਦੀ ਜਾਂਚ ਰਾਹੀਂ ਲਗਾਇਆ ਜਾ ਸਕਦਾ ਹੈ, ਜਦਕਿ ਸਿਸਟੀਸਰਕੋਸਿਸ ਬਿਮਾਰੀ ਦੀ ਪਹਿਚਾਣ CT ਸਕੈਨ ਰਾਹੀਂ ਕੀਤੀ ਜਾ ਸਕਦੀ ਹੈ। ਬਚਾਅ ਅਤੇ ਰੋਕਥਾਮ ਵਿੱਚ ਸੂਰ ਦਾ ਕੱਚਾ ਜਾਂ ਅੱਧ ਪੱਕਿਆ ਮਾਸ ਨਹੀਂ ਖਾਣਾ ਚਾਹੀਦਾ। ਮਾਸ ਹਮੇਸ਼ਾ ਚੰਗੀ ਤਰ੍ਹਾਂ ਪਕਾ ਕੇ ਹੀ ਖਾਓ। ਨਿੱਜੀ ਸਾਫ਼ ਸਫਾਈ ਦਾ ਧਿਆਨ ਰੱਖੋ ਅਤੇ ਭੋਜਨ ਕਰਨ ਤੋਂ ਪਹਿਲਾਂ ਹਮੇਸ਼ਾ ਸਾਬਣ ਨਾਲ ਹੱਥ ਧੋਵੋ। ਸੂਰਾਂ ਨੂੰ ਮਨੁੱਖੀ ਮਲ ਦੇ ਵਿੱਚ ਸੰਪਰਕ ਵਿੱਚ ਆਉਣ ਤੋਂ ਬਚਾਉਣ ਲਈ ਮਨੁੱਖ ਪਖਾਨਿਆਂ ਦੀ ਵਰਤੋਂ ਕਰੇ। ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ। ਫੀਤਾ ਕਿਰਮ ਨਾਲ ਪੀੜਤ ਰੋਗੀ ਵਾਤਾਵਰਣ ਨੂੰ ਦੂਸ਼ਿਤ ਕਰਨ ਲਈ ਜ਼ਿੰਮੇਵਾਰ ਹੁੰਦੇ ਹਨ, ਇਸ ਲਈ ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਸੂਰ ਪਾਲਣ ਜਾਂ ਇਸ ਸੰਬੰਧੀ ਕਿੱਤੇ ਕਰਨ ਵਾਲਿਆਂ ਨੂੰ ਬਿਮਾਰੀ ਬਾਰੇ ਮੁੱਢਲੀ ਜਾਣਕਾਰੀ ਦੇਣੀ ਚਾਹੀਦੀ ਹੈ। ਅਗਲਾ ਰੋਗ ਹੈ ਉੱਲੀ ਰੋਗ। ਉੱਲੀ ਰੋਗਾਂ ਵਿੱਚੋਂ ਆਪਾਂ ਅੱਜ ਤੱਦਰ ਰੋਗ ਬਾਰੇ ਚਰਚਾ ਕਰਾਂਗੇ। ਤੱਦਰ ਰੋਗ ਇੱਕ ਉੱਲੀ ਜਾਂ ਫੰਗਸ ਦੁਆਰਾ ਹੋਣ ਵਾਲਾ ਰੋਗ ਹੈ। ਇਸ ਨੂੰ ਕਰਨ ਵਾਲੀ ਉੱਲੀ ਜਾਨਵਰਾਂ ਅਤੇ ਮਨੁੱਖ ਦੋਹਾਂ ਵਿੱਚ ਬਿਮਾਰੀ ਫੈਲਾ ਸਕਦੀ ਹੈ ਜਾਂ ਕਰ ਸਕਦੀ ਹੈ। ਇਸ ਬਿਮਾਰੀ ਨੂੰ ਡਰਮੈਟੋਫਾਈਟੋਸਿਸ ਵੀ ਕਿਹਾ ਜਾਂਦਾ ਹੈ। ਇਸ ਨੂੰ ਕਰਨ ਵਾਲੇ ਉੱਲੀ ਜਰਾਸੀਮਾਂ ਨੂੰ ਡਰਮੈਟੋਫਾਈਟਸ ਕਿਹਾ ਜਾਂਦਾ ਹੈ। ਮਨੁੱਖ ਨੂੰ ਤੱਦਰ ਬਿਮਾਰੀ ਬਿਮਾਰ ਜਾਨਵਰ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦੀ ਹੈ। ਬਿਮਾਰੀ ਤੱਦਰ ਨਾਲ ਪੀੜਤ ਕੁੱਤੇ, ਬਿੱਲੀ ਜਾਂ ਗਾਂ ਦੇ ਸੰਪਰਕ ਨਾਲ ਹੋ ਸਕਦੀ ਹੈ। ਤੱਦਰ ਪੀੜਤ ਪਾਲਤੂ ਨੂੰ ਜਦੋਂ ਅਸੀਂ ਚੁੱਕਦੇ ਹਾਂ ਜਾਂ ਛੂੰਹਦੇ ਹਾਂ ਤਾਂ ਬਿਮਾਰੀ ਹੋ ਸਕਦੀ ਹੈ। ਜਰਾਸੀਮਾਂ ਦੇ ਸਪੋਰ ਕੁੱਤੇ ਦੀ ਚਮੜੀ ਜਾਂ ਖਰੀਂਡ ਜਾਂ ਵਾਲਾਂ ਉੱਪਰ ਲੱਗੇ ਹੁੰਦੇ ਹਨ ਅਤੇ ਜਦੋਂ ਖਰੀਂਡ ਜਾਂ ਵਾਲ ਝੜਦੇ ਹਨ ਤਾਂ ਇਹਨਾਂ ਦੇ ਸੰਪਰਕ ਵਿੱਚ ਆਉਣ ਨਾਲ ਵੀ ਮਨੁੱਖ ਨੂੰ ਬਿਮਾਰੀ ਹੋ ਸਕਦੀ ਹੈ। ਬਿਮਾਰ ਜਾਨਵਰਾਂ ਤੋਂ ਸਿਹਤਮੰਦ ਜਾਨਵਰ ਨੂੰ ਸੰਪਰਕ ਹੋਣ ਨਾਲ ਵੀ ਬਿਮਾਰੀ ਹੁੰਦੀ ਹੈ। ਪੀੜਤ ਜਾਨਵਰ ਤੱਦਰ ਬਿਮਾਰੀ ਨੂੰ ਦੂਜੇ ਜਾਨਵਰਾਂ ਨੂੰ ਫੈਲਾਉਣ ਦਾ ਮੁੱਖ ਸਰੋਤ ਹੈ। ਬਿਮਾਰੀ ਕੁੱਤਿਆਂ, ਬਿੱਲੀਆਂ, ਗਾਵਾਂ, ਘੋੜਿਆਂ, ਚੂਹਿਆਂ ਆਦਿ ਨੂੰ ਹੋ ਸਕਦੀ ਹੈ। ਤੱਦਰ ਦਾ ਜ਼ਖਮ ਸਰੀਰ ਦੇ ਕਿਸੇ ਹਿੱਸੇ 'ਤੇ ਵੀ ਹੋ ਸਕਦਾ ਹੈ। ਬਿੱਲੀਆਂ ਵਿੱਚ ਜ਼ਿਆਦਾਤਰ ਤੱਦਰ ਮੂੰਹ ਅਤੇ ਪੰਜੇ ਉੱਪਰ ਹੁੰਦੀ ਹੈ। ਗਾਵਾਂ ਜਦੋਂ ਵਾੜਿਆਂ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ ਤਾਂ ਬਿਮਾਰ ਪਸ਼ੂ ਤੋਂ ਸਿਹਤਮੰਦ ਨੂੰ ਤੱਦਰ ਹੋ ਸਕਦੀ ਹੈ। ਤੱਦਰ ਜ਼ਿਆਦਾਤਰ ਗਾਵਾਂ ਵਿੱਚ ਮੂੰਹ ਜਾਂ ਧੌਣ ਉੱਪਰ ਹੁੰਦੀ ਹੈ। ਤੱਦਰ ਗੋਲਾਕਾਰ ਜ਼ਖਮਾਂ ਦੇ ਰੂਪ ਵਿੱਚ ਹੁੰਦੀ ਹੈ।
ਧੱਦਰ ਵਾਲੀ ਜਗ੍ਹਾ ਤੋਂ ਵਾਲ ਝੜ ਜਾਂਦੇ ਹਨ, ਖਰੀਂਡ ਆ ਜਾਂਦਾ ਹੈ ਅਤੇ ਬਾਅਦ ਵਿੱਚ ਝੜ ਜਾਂਦਾ ਹੈ। ਇਸ ਤੋਂ ਇਲਾਵਾ ਇਹ ਬਿਮਾਰੀ ਭੇਡਾਂ, ਬੱਕਰੀਆਂ, ਸੂਰਾਂ, ਖਰਗੋਸ਼ਾਂ ਆਦਿ ਵਿੱਚ ਵੀ ਪਾਈ ਜਾਂਦੀ ਹੈ। ਮਨੁੱਖ ਵਿੱਚ ਇਹ ਬਿਮਾਰੀ ਚਮੜੀ, ਵਾਲਾਂ ਜਾਂ ਨਹੁੰ ਉੱਪਰ ਅਸਰ ਕਰਦੀ ਹੈ। ਸ਼ੁਰੂਆਤ ਵਿੱਚ ਛੋਟਾ ਜ਼ਖਮ ਹੁੰਦਾ ਹੈ, ਵਾਲ ਸਖਤ ਹੋ ਜਾਂਦੇ ਹਨ, ਜ਼ਖਮ ਕਿਨਾਰਿਆਂ ਵੱਲ ਵੱਧਦੇ ਹਨ, ਖਰੀਂਡ ਆ ਜਾਂਦਾ ਹੈ ਅਤੇ ਉਸ ਜਗ੍ਹਾ 'ਤੇ ਗੰਜ ਪੈ ਜਾਂਦੀ ਹੈ। ਕਈ ਤਰੀਕਿਆਂ ਨਾਲ ਬਿਮਾਰੀ ਦੀ ਜਾਂਚ ਕੀਤੀ ਜਾ ਸਕਦੀ ਹੈ। ਲੈਬੋਰਟਰੀ ਵਿੱਚ ਕਈ ਤਰ੍ਹਾਂ ਦੇ ਟੈਸਟ, ਜ਼ਖਮਾਂ ਦੀ ਪਹਿਚਾਣ ਆਦਿ ਨਾਲ ਬਿਮਾਰੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਆਪਾਂ ਇਸ ਬਿਮਾਰੀ ਤੋਂ ਬਚਾਅ ਅਤੇ ਰੋਕਥਾਮ ਦੀ ਗੱਲ ਕਰੀਏ ਤਾਂ ਨਿੱਜੀ ਸਾਫ਼ ਸਫਾਈ ਦਾ ਧਿਆਨ ਰੱਖੋ। ਜਾਨਵਰਾਂ ਵਿੱਚ ਬਿਮਾਰੀ ਦਾ ਬਚਾਅ ਕਰੋ। ਪੀੜਤ ਜਾਨਵਰ ਦਾ ਵੈਟਰਨਰੀ ਡਾਕਟਰ ਕੋਲੋਂ ਇਲਾਜ ਕਰਵਾਓ। ਪੀੜਤ ਜਾਨਵਰ ਦੀ ਸਾਂਭ ਸੰਭਾਲ ਧਿਆਨ ਨਾਲ ਕਰੋ। ਸਾਂਭ ਸੰਭਾਲ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋ ਲਵੋ। ਪੀੜਤ ਜਾਨਵਰ ਨੂੰ ਦੂਜੇ ਜਾਨਵਰਾਂ ਤੋਂ ਅਲੱਗ ਰੱਖੋ। ਦੂਸ਼ਿਤ ਵਾਲ ਜਾਂ ਖਰੀਂਡ ਨੂੰ ਚੰਗੀ ਤਰ੍ਹਾਂ ਨਸ਼ਟ ਕਰੋ, ਕਿਉਂਕਿ ਵਾਲਾਂ ਜਾਂ ਖਰੀਂਡ ਰਾਹੀਂ ਦੂਜੇ ਜਾਨਵਰ ਜਾਂ ਮਨੁੱਖ ਨੂੰ ਬਿਮਾਰੀ ਹੋ ਸਕਦੀ ਹੈ। ਉੱਪਰ ਦੱਸੇ ਲੱਛਣ ਹੋਣ ਤਾਂ ਆਪਣੇ ਡਾਕਟਰ ਦੀ ਸਲਾਹ ਲਵੋ। ਸੋ ਇਹ ਸਨ ਕੁਝ ਬਿਮਾਰੀਆਂ ਜਿਨ੍ਹਾਂ ਬਾਰੇ ਆਪਾਂ ਅੱਜ ਚਰਚਾ ਕੀਤੀ, ਪਰੰਤੂ ਜੇਕਰ ਆਪਾਂ ਸਮੁੱਚੇ ਤੌਰ 'ਤੇ ਦੇਖੀਏ ਕਿ ਉਹ ਕਿਹੜੇ ਕੰਮ ਹਨ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ ਹਨ, ਜਿਹਦੇ ਨਾਲ ਆਪਾਂ ਜੀਨੋਟਿਕ ਬਿਮਾਰੀਆਂ ਤੋਂ ਬਚਾਅ ਅਤੇ ਰੋਕਥਾਮ ਕਰ ਸਕਦੇ ਹਾਂ, ਤਾਂ ਉਹਨਾਂ ਵਿੱਚ ਸਭ ਤੋਂ ਪਹਿਲਾਂ ਜਾਨਵਰ, ਬੇਸ਼ੱਕ ਪਾਲਤੂ ਜਾਨਵਰ ਹੋਵੇ, ਮੱਝਾਂ ਗਾਵਾਂ ਹੋਣ, ਉਹਨਾਂ ਦੀ ਸਿਹਤ ਤੰਦਰੁਸਤ ਹੋਣੀ ਚਾਹੀਦੀ ਹੈ। ਸਮੇਂ-ਸਮੇਂ 'ਤੇ ਵੈਟਰਨਰੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਜਾਨਵਰ ਕਿਸੇ ਬਿਮਾਰੀ ਨਾਲ ਪੀੜਤ ਹੈ ਤਾਂ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਬਿਮਾਰੀ ਬਾਰੇ ਦਿੱਤੀ ਗਈ ਜਾਣਕਾਰੀ ਅਨੁਸਾਰ ਜੇਕਰ ਜਾਨਵਰ ਵਿੱਚ ਲੱਛਣ ਨਜ਼ਰ ਆਉਣ ਤਾਂ ਵੈਟਰਨਰੀ ਡਾਕਟਰ ਦੀ ਸਲਾਹ ਲਵੋ। ਜਾਨਵਰਾਂ ਨੂੰ ਬਚਾਅ ਦੇ ਟੀਕੇ ਲਗਵਾਉਣੇ ਚਾਹੀਦੇ ਹਨ। ਵੱਛੀਆਂ ਕੱਟੀਆਂ ਨੂੰ 4 ਤੋਂ 8 ਮਹੀਨੇ ਦੀ ਉਮਰ 'ਤੇ ਬਰੂਸੈਲਾ ਦਾ ਟੀਕਾਕਰਨ ਕਰਵਾਓ। ਕੁੱਤਿਆਂ ਵਿੱਚ ਹਲਕਾਅ ਤੋਂ ਬਚਾਅ ਲਈ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਕੁੱਤਿਆਂ ਨੂੰ ਕੱਚਾ ਮਾਸ ਨਹੀਂ ਖਵਾਉਣਾ ਚਾਹੀਦਾ। ਸੋ ਉੱਪਰ ਦੱਸੀਆਂ ਗਈਆਂ ਸਾਵਧਾਨੀਆਂ ਨੂੰ ਅਪਣਾ ਕੇ ਜੀਨੋਟਿਕ ਬਿਮਾਰੀਆਂ ਤੋਂ ਬਚਾਅ ਅਤੇ ਰੋਕਥਾਮ ਕੀਤਾ ਜਾ ਸਕਦਾ ਹੈ।